दिसदा उजाड़ जी राम दे प्यारे बाजों, दिसदा उजाड़ जी साईं दे प्यारे बाजों। जै जै हों फिरियो कौतक ठाओ ठाए, एक राम स्नेही बाहरा उजर मेरे पाए। इतना भारी मेला कांशी ਦੇ ਵਿੱਚ ਬ੍ਰਹਮ ਠਾਏ ਨਾਮ ਦਾ ਮੰਦਰ ਹੈ। ਭਗਤ ਜੀ ਚਲੋ ਆਪ ਵੀ ਮੇਲਾ ਦੇਖ ਆਓ। ਪ੍ਰੇਮੀਆਂ, ਸਾਡਾ ਮਹਾਂਪੁਰਖਾਂ ਦਾ ਵਿਸ਼ਾ ਮੇਲੇ ਦੇਖਣਾ ਨਹੀਂ ਹੁੰਦਾ। ਸਾਡਾ ਮੇਲਾ ਤਾਂ ਸਤਸੰਗ ਹੈ। ਜਿੱਥੇ ਸਤ ਦਾ ਸੰਗ ਹੈ, ਸਤ ਦੀ ਮਿਲਾਉਣੀ, ਸਤ ਦੀਆਂ ਵਿਚਾਰਾਂ ਹਨ। ਸਤ ਸੰਗਤ ਕੈਸੀ ਜਾਣੀ, ਜਿੱਥੇ ਏਕੋ ਨਾਮ ਵਖਾਣੀ। ਸਾਧ ਸੰਗਤ ਦਾ ਮਤਲਬ ਹੈ ਜਿੱਥੇ ਸਤ ਦਾ ਵਿਚਾਰ ਹੋਵੇ, ਚਾਹੇ ਇੱਕ ਕਰ ਲਓ, ਚਾਹੇ ਦੋ ਕਰ ਲਓ, ਚਾਹੇ 100 ਕਰ ਲਓ, ਚਾਹੇ ਸੈਂਕੜੇ ਲੱਖਾਂ ਤੇ ਕਰੋੜਾਂ ਕਰ ਲਓ ਬੈਠ ਕੇ। ਇਹ ਹੈ ਸਤ ਸੰਗ। ਔਰ ਜਿੱਥੇ ਸਾਧ ਸੰਗਤ ਝੂਠ ਦੀਆਂ ਵਿਚਾਰਾਂ ਹਨ ਔਰ ਇੱਕ ਦੂਸਰੇ ਉੱਪਰ ਚਿੱਕੜ ਸੁੱਟਿਆ ਜਾਂਦਾ ਹੈ, ਕਿਸੇ ਨੂੰ ਕਿਵੇਂ ਨਿੰਦਿਆ ਜਾਂਦਾ, ਕਿਸੇ ਦੀ ਕਿਸ ਤਰੀਕੇ ਦੁਆਰਾ, ਉਹ ਸਤ ਸੰਗ ਨਹੀਂ, ਉਹ ਝੂਠ ਸੰਗ ਹੈ। ਪ੍ਰੇਮੀਓ, ਜੇ ਕਿਤੇ ਸਤ ਸੰਗ ਹੈ ਤਾਂ ਉੱਥੇ ਦੱਸੋ ਸਾਨੂੰ, ਅਸੀਂ 100 ਵਾਰ ਭੱਜ ਕੇ ਜਾਈਏ। ਅਸੀਂ ਤਾਂ ਉਸੇ ਨੂੰ ਹੀ ਕਿ ਵੀਰ ਨਰਕ ਸੁਗ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਿਆਦ। ਫਿਰ ਇੱਥੇ ਹੀ ਦੱਸਣੀ ਖਾਈ ਕੋਟ ਨਾ ਪਰਲ ਪਗਾਰਾ, ਨਾ ਜਾਨੋ ਬੈਕੁੰਠ ਦਵਾਰਾ। ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਐਸ ਨੂੰ ਬੈਕੁੰਠ ਦੱਸਿਆ ਜਿੱਥੇ ਆਪ ਬੈਠੇ ਹੋ, ਜਿੱਥੇ ਸਤ ਦੀਆਂ ਵਿਚਾਰਾਂ ਹਨ, ਜਿੱਥੇ ਵਿਚਾਰ ਕੀਤੀ ਜਾਂਦੀ ਮਨੁੱਖ ਕਾਹਦੇ ਵਾਸਤੇ ਦੁਨੀਆ ਦੇ ਉੱਪਰ ਆਇਆ ਹੈ, ਇਹ ਆਉਣ ਦਾ ਕੀ ਪ੍ਰਯੋਜਨ ਸੀ, ਕੀ ਮਤਲਬ ਸੀ। ਖਾਣ ਪੀਣ ਵਾਸਤੇ ਹੀ ਆਇਆ ਹੈ? ਨਹੀਂ, ਇਹ ਤਾਂ ਤਮਾਮ ਦੁਨੀਆ ਦੇ ਵਿੱਚ ਪਾਇਆ ਜਾਂਦਾ ਹੈ। ਜਿਤਨੀਆਂ 84 ਲੱਖ ਜੂਨ ਹੈ, ਸਾਰਿਆਂ ਦੇ ਵਿੱਚ ਹੀ ਖਾਣਾ ਪੀਣਾ ਇਹ ਸਾਰਿਆਂ ਦੇ ਵਿੱਚ ਸਮਾਨ ਹੈ। ਨਿੰਦਰਾ, ਭੋਜਨ,
ਭੋਗ ਪੈ। ਇਹ ਨਰ ਪਸ਼ੂ ਸਮਾਨ, ਗਿਆਨ ਨਰਨ ਮੈਂ ਅਦਕਤਾ, ਗਿਆਨ ਬਿਨਾ ਪਸ ਜਾਨ। ਨਿੰਦਰਾ ਸੌਣਾ ਪਸ਼ੂ ਪੰਛੀ ਸਾਰੇ ਸੌਂਦੇ ਹਨ। ਭੋਜਨ ਇਹ ਵੀ ਸਾਰੇ ਕੋਈ ਰੋਟੀਆਂ ਖਾ ਕੇ, ਕੋਈ ਘਾਹ ਖਾ ਕੇ ਪੇਟ ਭਰ ਲੈਂਦਾ ਹੈ, ਕੋਈ ਹੋਰ। ਪਰਮੇਸ਼ਰ ਨੇ ਥੋੜੀ ਥੋੜੀ ਕਿਸੇ ਨਾਲ ਕੋਈ ਤਰੀਕੇ ਦੁਆਰਾ ਕੋਈ ਐਸੇ ਰਚਨਾ ਰਚੀ ਪਰਮੇਸ਼ਰ ਦੀ, ਉਹ ਮਿੱਟੀ ਖਾਂਦੇ ਹਨ। ਇੱਕ ਮਿੱਟੀਆ ਖਾਏ, ਉਹਨਾਂ ਦੀ ਖੁਰਾਕ ਰੱਬ ਨੇ ਮਿੱਟੀ ਬਣਾਈ ਹੋਈ ਹੈ। ਆ ਹੁਣੇ ਹੀ ਪਿੱਛੇ ਇੱਕ ਪ੍ਰੇਮੀ ਨੇ ਦੱਸਿਆ ਸੀ ਕਿ ਜਿਵੇਂ 50 ਕਰੋੜ ਧਰਤੀ ਦਾ ਹੈ ਤੇ ਤਸਕਰ ਜੋ ਨਾਮ ਨਾ ਲੈਵੇ ਬਾਸੇ ਕੋਟ 50। 50 ਕਰੋੜ ਧਰਤੀ ਜੋ ਦੇਵਤਿਆਂ ਨੇ ਛਾਹ ਕਰਕੇ ਰੱਖੀ, ਉਹ ਸਾਰੀ ਤਾਂਬੇ ਦੀ ਹੈ। ਉੱਥੇ ਉਹ ਲੋਕ ਜੋ ਦੁਨੀਆ ਦੇ ਵਿੱਚ ਆ ਕੇ ਨਾਮ ਨਾ ਜਪਦੇ ਰੱਬ ਤੋਂ ਬੇਮੁਖ ਹੋ ਜਾਂਦੇ ਹਨ। ਹਰ ਇੱਕ ਮਨੁੱਖ ਦੇ ਰੱਬ ਦੇ ਨਾਲ ਵਾਅਦੇ ਕੀਤੇ ਹੋਏ ਹਨ। ਰਚੰਤ ਜੀ ਰਚਨਾ, ਮਾਤ ਗਰਭ ਸਥਾਪਨੰ, ਸਾਲ ਸਾਲ ਸਮਰੰਤ ਨਾਨਕ ਮਹਾਨ ਅਗਨ ਨਾ ਬਨਾਸਨੰ। ਮੁਖ ਤਲੈ ਪੈਰ ਉਪਰੇ ਵਸੰਦੋ ਕੋ ਹਥੜੇ ਥਾਏ, ਨਾਨਕ ਸੋ ਧਣੀ ਕਿਉ ਵਸਾਰੇ ਉਧਰੇ ਜਿਸ ਦੇ ਨਾਏ। 9 ਮਹੀਨੇ ਪੁੱਠਾ ਲੰਘਦਾ ਅਰਦਾਸਾਂ ਕਰਦਾ ਸੀ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ। ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਰਹਿਣ ਕੇ ਵਣਜਾਰਿਆ ਮਿੱਤਰਾ। ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ। ਨਾ ਮਰਜਾਦ ਆਇਆ ਕੱਲ ਭੀਤਰ ਬਹੁੜ ਜਾਸੀ ਨਾਂਗਾ। ਦੁਨੀਆ ਤੋਂ ਉੱਪਰ ਆਇਆ ਸੀ ਬੰਦਗੀ ਕਰਨ ਵਾਸਤੇ, ਵਾਅਦੇ ਕੀਤੇ ਹੋਏ ਸੀ ਇਸ ਨੇ ਮਾਂ ਦੇ ਗਰਭ ਦੇ ਵਿੱਚ। ਪਰ ਉਹ ਵਾਅਦੇ ਜੇ ਸਮੇਂ ਜਨਮ ਲਿਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਹ ਇਹਦੀਆਂ ਅਰਦਾਸਾਂ, ਉਹ ਬੇਨਤੀਆਂ, ਵਾਅਦੇ ਕਿਧਰੇ ਹੀ ਭੁੱਲ ਗਿਆ। ਐਸਾ ਮਾਇਆ ਨੇ ਇਹਦੇ ਉੱਪਰ ਹੁਕਮ ਵਰਤਾ ਲਿਆ। ਬਸ ਦੁਨੀਆ ਦੇ ਉੱਪਰ ਆ ਕੇ ਇਸ ਨੇ ਫਿਰ ਦਾਅਵੇ ਬੰਨ ਲਏ। ਹਉ ਬੰਧੋ ਹਉ ਸਾਧੋ ਬੈਰ, ਹਮਰੀ ਭੂਮ ਕੌਣ ਘਾਲੇ ਪੈਰ। ਤੇ ਮੋਢਿਆਂ ਦੇ ਉੱਪਰ ਦੀ ਥੁੱਕ ਥੁੱਕ ਕੇ ਆਕੜ ਆਕੜ ਕੇ ਤੁਰਦਾ ਮੈਂ, ਹਾਂ ਹਾਂ ਵਾਹ। ਪਰ ਬਾਣੀ ਸਾਹਿਬ ਫਰਮਾਉਂਦੇ ਹਨ, ਕਦੇ ਉਸ ਸਮੇਂ ਨੂੰ ਵੀ ਯਾਦ ਕੀਤਾ ਜਦ 9 ਮਹੀਨੇ ਪੁੱਠਾ ਲੜਕਦਾ ਤੇ ਦਿਨ ਰਾਤ ਦੀਆਂ ਅਰਦਾਸਾਂ ਸੀ ਵੀ ਕਦੇ ਵੀ ਤੇਰਾ ਨਾਮ ਨਹੀਂ ਭੁੱਲੂ। ਹੁਣ ਤੂੰ ਕਦੇ ਉਸ ਨੂੰ ਸੁਪਨੇ ਵਿੱਚ ਵੀ ਨਹੀਂ ਯਾਦ ਕਰ ਰਿਹਾ। ਤੇਰੇ ਵਰਗਾ ਕਿਰਤ ਕੌਣ ਹੋ ਸਕਦਾ ਹੈ। ਜਦ ਪੁੱਠਾ ਲੰਘਦਾ ਸੈ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਪੁੱਠਾ ਲੰਘਦਾ ਸੈ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ। ਪੁੱਠਾ ਲੰਘਦਾ
है जात तेरे ओ दिन, काहे भैया फिर तो फूलिया फूलिया, जब 10 मास उर्द मुख रहता, 100 दिन कैसे भूलिया। है जात तेरे, जब दिन रात दी अरदासां सी उर्द ध्यान लेव लागा, पर किधरे ही हुणे आके दुनिया दे उपर ऐसा तेरे उपर माया दा जंजाल, माया ने अमर वरता लिया, आवन तो एक एक को आया, जन्मत मोहयो मोहनी माया। जन्म तो ही माया ने अमर वरता लिया, पर साथ ओहो ही दुनिया दे उपर जिन्हां दी आप जात दे जुड़े बैठे हो, जिन्हां ने दुनिया दे उपर आके रब दी माया दे विच काजल कोठ मैं भई ना कारी, निर्मल बरन बनियो री। ये संसार एक कजल दी कोठड़ी है, ये सुरमे दा मकान, जो इस दे विच आया काला हो के गया। पर वो महापुरख विरले ही जेड़े इस संसार रूपी कजल दी कोठड़ी विच आके काजल कोठ मैं भई ना कारी, निर्मल बरन बनियो री। ਜਿਹੋ ਜਿਹੇ ਆਏ ਸੀ ਉਹੋ ਜਿਹੇ ਉਜਲਾ ਮੁਖ ਲੈ ਕੇ ਪਰਮੇਸ਼ਰ ਦੀ ਦਰਗਾਹ ਨੂੰ ਗਏ ਹਨ। ਨਹੀਂ ਤਾਂ तमाम ਦੁਨੀਆ ਜੋ ਆਉਂਦਾ ਹੈ ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗੇ ਬੈਸਣ ਨਾਹੀ ਜਾਏ। ਪਰ ਉਹ ਮਹਾਂਪੁਰਖ ਹੀ ਐਸੇ ਹਨ, ਜਨਮ ਸਭ ਦਾ ਹੀ ਇੱਕ ਰਸਤੇ ਹੁੰਦਾ ਹੈ ਸੰਸਾਰ ਦੇ ਵਿੱਚ ਆਉਣਾ। ਸਭ ਇਕੱਠੇ ਹੋਏ ਆਇਆ, कर जासन वाट वटाया। गुरमुख लाहा लै गए मनमुख चले, मूल गवाए जियो। जद मल्लां दा घोल खाड़ा लगदा है, कोई मल किसे रस्ते आउंदे, कोई किसे रस्ते आउंदे हन, पहले इकट्ठे होए खुशियां दे नाल। जद साध संगत फिर हार जित वाला हुंदा है, जिहड़े हारे हन वो तां फिर खेतां विच दी हुंदे, राह नहीं पैंदे, क्योंकि मखौल तो डरदे हैं। कहते उदों तां आकड़ तुरदा सी ते जान सारी डिग पिया। फिर मूँह नहीं दिखाउंदे, उन्हां दा रस्ता होर हुंदा है। जिहड़े जित के जांदे खुशियां दे नाल हसदे होए जांदे हन। सब इकट्ठे होए आया, कर जासन वाट वटाया। गुरमुख लाहा लै गए मनमुख चले, मूल गवाए जियो। आओ आप उन्हां गुरमुखां दी जात दे विच साध संग जिन्हां ने कलगियां वाले पातशाह दे पित्र चरना दे नाल शिव नाल पितर होई होई महान धरती रेरू साहब दी जगह, जो रेरू दा दरख्त दुनिया दे विच लोकां नूं इह सिक्ख्या दे रहा है, भले लोको तुसीं मनुख हो, गुरु दे चरनां विच रह के सेवा कर सकदे हो। मैं तां मनुख नहीं, मैं एक दरख्त हां, जड़ हां। मेरे पास उस कलगियां वाले पातशाह दे पितर चरना दी धूड़ी मेरे उपर पई, मैं दुनिया दे विच रेरू साहब कहा रहा हां। पर तुहानूं तां मनुख दर्जा प्राप्त है, हथ पैर दिते हन, दिमाग दिता है, ते फिर तुसीं उस कलगियां वाले पातशाह दी चरण छो प्राप्त ना करो, उस कलगियां वाले दा अंमृत ना छको, फिर ਹਨ। मैं एक दरख्त हुंदा होया चरना दी शो प्राप्त करके रेरू साहब दुनिया विच कहा रहा हां। दुनिया रेरू साहब दा नां लिया नमस्कारां करदी है, जिस रेरू साहब दरख्त दी ही ये कृपा, जिसदी संगत जिहदी सेवा करके वो महापुरख जिन्हां दी जात विच जुड़े हो, लखां ही दुनिया दा भला और लखां ही सड़दे बलदे मन उन्हां दी जात विच जुड़ के अपने मनां नूं शांति और ठंड दे रहे हैं। ये साध संगत उस महापुरख की मिठी जात और उन्हां दी पितर वरसी दे विच आप बेअंत महापुरख सियाणे गुरसिख, और अज तो अद्धी सदी तो उपर समा हो चुका उन्हां नूं होया, पर किसी नूं ये थोड़ा पता है। ऐ प्रतीत हो रहा जिवें अज ही अजे उन्हां दा वो पितर दुख भरिया विछोड़े का दिन है, जिस दिन वो संगत नूं विछोड़ा दे के शरीर करके
ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲੀਨ ਹੋਏ ਹਨ। ਸਾਧ ਸੰਗਤ 1 ਸਾਲ ਪਰ ਪਹਿਲੇ ਦੱਸ ਦਿੱਤਾ, 1 ਸਾਲ ਰੇਰੂ ਸਾਹਿਬ ਦੀਆਂ ਰਾਮਪੁਰ ਦੀਆਂ ਸੰਗਤਾਂ ਦੇ ਵਿੱਚ ਜੈਲਦਾਰ ਬਖਤੌਰ ਸਿੰਘ ਨੂੰ ਇਹ ਪੱਕਾ ਕਰਤਾ, ਪ੍ਰੇਮੀਓ ਅਸੀਂ ਜਾਣਾ ਸੈਦੂ, ਸਾਡੇ ਵੱਡੇ ਬਜ਼ੁਰਗਾਂ ਦੇ ਗੀਠੇ ਸੈਦੂ ਅੜਕ ਦਰਿਆ ਵਿੱਚ, ਅਸੀਂ ਉੱਥੇ ਜਾ ਕੇ ਹੀ ਸਰੀਰ ਛੱਡਣਾ ਹੈ। ਜੇ ਤੁਹਾਡਾ ਖਿਆਲ ਹੈ ਸਾਨੂੰ ਇੱਥੇ ਰੱਖਣ ਦਾ, ਸਾਡੇ ਸਰੀਰ ਨੂੰ ਉੱਥੇ ਲੈ ਕੇ ਜਾਣਾ ਹੈ। ਪ੍ਰੇਮੀਆਂ ਨੇ ਹਾਂ ਕੀਤੀ, ਕਹਿਣ ਲੱਗੇ ਨਹੀਂ ਵੀ 1 ਜਣਾ ਪੂਰਾ ਹੋ ਸਕਦਾ, ਬਹੁਤਿਆਂ ਦੀ ਰਹਿ ਵਿਗੜ ਜਾਵੇ। ਕਹਿਣ ਲੱਗੇ ਜੀ ਇੱਥੇ ਸੰਸਕਾਰ ਕਰ ਦਿਓ ਤੇ ਇੱਥੇ ਸਾਡੀ ਮੱਟੀ ਬਣਾ ਕੇ ਲੋਕ ਪੂਜਣ ਲੱਗ ਜਾਣ, ਇੱਥੇ ਸਾਡੇ ਸਰੀਰ ਦਾ ਸੰਸਕਾਰ ਨਹੀਂ ਹੋਣਾ। ਸਾਡਾ ਸਰੀਰ ਜਿਹੜਾ ਅਟਕ ਦਰਿਆ ਦੇ ਵਿੱਚ ਜਾਣਾ ਹੈ, ਜਿੱਥੇ ਗੌਰ ਮੜੀ ਮਟ ਭੂਲ ਨਾ ਮਾਨੇ, ਦਰਿਆ ਵਿੱਚ ਕਿੱਥੇ ਕੋਈ ਮੜੀ ਬਣਾ ਕੇ ਪੂਜਣ ਲੱਗ ਜੂ। ਮਹਾਰਾਜ ਜੇ ਮੇਰੇ ਤੇ ਕਿਰਪਾ ਕਰੋ, ਮੇਰਾ ਸਰੀਰ ਬਣਿਆ ਰਹੇ ਤਾਂ ਮੈਂ ਇਹ ਓੜਦਾ ਹਾਂ। ਕਹਿਣ ਲੱਗੇ ਤੇਰਾ ਸਰੀਰ ਵੀ ਬਣਿਆ ਰਹੂਗਾ ਔਰ ਬੇਅੰਤ ਮਾਇਆ ਸੰਗ ਦੇ ਦੋਗੇ, ਕੋਈ ਤੇਰੇ ਤੇ ਬੋਝ ਨਹੀਂ ਆਉਂਦਾ। ਸਾਧ ਸੰਗਤ ਸਮਾਂ ਆ ਗਿਆ ਅੱਜ ਦਾ ਦਿਨ, ਖੁਸ਼ੀਆਂ ਖੁਸ਼ੀਆਂ ਦੇ ਨਾਲ ਰਸਤਾ ਭਰਾਇਆ। ਖਰਾਬ ਰਸਤਾ ਸੀ ਜਿੱਥੋਂ ਵੀ ਜਾਣਾ ਸੀ ਸਰੀਰ, ਸਾਰੇ ਨਗਰ ਨੂੰ ਸੱਦ ਕਰਕੇ ਬੜੀਆਂ ਖੁਸ਼ੀਆਂ ਦੇ ਨਾਲ 8 ਮਾਹ ਦਾ ਅੰਮ੍ਰਿਤ ਵੇਲਾ ਹੋਇਆ। ਪ੍ਰੇਮੀਓ, ਪਰਮੇਸ਼ਰ ਦੀ ਭਾਵੀ ਅਮੇਟ ਹੈ। ਮਹਾਰਾਜ ਕੀ ਗੱਲ, ਕਿਸੇ ਦੇ ਜਾਤ ਚੇਤੇ ਨਹੀਂ ਸੀ, ਸਾਲ ਹੋ ਗਿਆ ਸੀ, ਭੁੱਲ ਗਏ ਸੀ ਹਜ਼ੂਰ ਸਾਹਿਬ ਦੀ ਯਾਤਰਾ, ਮਸਤਵਾਣੇ ਸਾਹਿਬ ਦੀ ਔਰ ਆਪਣੇ ਗੁਰੂ ਕਾਸ਼ੀ ਅਨੰਦਪੁਰ ਸਾਹਿਬ, ਸਾਰੇ ਤੀਰਥਾਂ ਦੀ ਯਾਤਰਾ ਮਹਾਂਪੁਰਖਾਂ ਨੂੰ ਮਿਲੇ ਔਰ ਇਸ਼ਾਰ ਵੀ ਕਰਦੇ ਰਹੇ ਕਿ ਹੁਣ ਅਸੀਂ ਅੱਗੇ ਜਾਣਾ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਗੁਰੂ ਕਾਸ਼ੀ ਦਮਦਮਾ ਸਾਹਿਬ ਸੇਵਾ ਕਰਾਉਂਦੇ ਸਨ। ਇਹਨਾਂ ਦੇ ਪਾਂ ਜਦ ਪੁੱਜੇ, ਤੁਰਨ ਵੇਲੇ ਗੱਲ ਲਾ ਕੇ ਮਿਲੇ, ਮਹਾਰਾਜ ਹੁਣ ਅਸੀਂ ਤਾਂ ਜਾਣਾ। ਹੋਰ ਸੰਗਤਾਂ ਦਾ ਸਮਝਣ ਵੀ ਸ਼ਾਇਦ ਹੁਣ ਰੇਰੂ ਸਾਹਿਬ ਨੂੰ ਜਾਣਗੇ। ਸਾਧ ਸੰਗਤ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ। ਕਹਿਣ ਲੱਗੇ ਮਹਾਰਾਜ ਫਿਰ ਤੁਸੀਂ ਜਾਣਾ ਤਾਂ ਅਸੀਂ ਵੀ ਆਏ, ਫਿਰ ਚਲੋ। ਆ ਇਹਨਾਂ ਦਾ 9 ਮਾਹ ਦਾ ਸਵੇਰੇ ਅੰਮ੍ਰਿਤ ਵੇਲਾ ਤੇ ਉਹਨਾਂ ਦਾ 18ਵੀਂ ਦਾ। ਕਹਿਣ ਲੱਗੇ ਅਸੀਂ ਵੀ ਆਏ। ਉਹਨਾਂ ਨੂੰ ਇਹ ਭੁਲੇਖਾ ਪੈ ਗਿਆ ਵੀ ਸੰਤ ਮਹਾਰਾਜ ਸ਼ਾਇਦ ਰੇਰੂ ਸਾਹਿਬ ਜਾਣਗੇ। 8 ਮਾਹ ਦਾ ਦਿਨ ਪ੍ਰੇਮੀਓ, ਹੋ ਸਕਦਾ ਤੁਹਾਨੂੰ ਇਹ ਸਰੀਰ ਦੇ ਦਰਸ਼ਨ ਨਾ ਹੋਣ, ਫਿਰ ਤਾਂ ਸਾਰੇ ਪ੍ਰੇਮੀਆਂ ਦੇ ਸਾਧ ਸੰਗਤ ਜਿਤਨਾ ਜਿਤਨਾ ਕਿਸ ਦਾ ਮਹਾਂਪੁਰਖ ਗੁਰੂਆਂ ਦੇ ਨਾਲ ਪਿਆਰ, ਉਤਨਾ ਉਤਨਾ ਹੀ ਦੁੱਖ ਹੋਇਆ ਕਰਦਾ ਹੈ। ਪ੍ਰੇਮੀ ਸਾਰੇ ਹੀ ਹੁੰਦੇ ਹਨ, ਪਰ ਪ੍ਰੇਮ ਦੇ ਵਿੱਚ ਫਰਕ ਹੁੰਦਾ, ਕਿਤੇ ਜ਼ਿਆਦਾ ਹੁੰਦਾ ਕਿ ਥੋੜਾ ਹੁੰਦਾ। ਜਿਤਨਾ ਜ਼ਿਆਦਾ ਪਿਆਰ ਮਹਾਂਪੁਰਖਾਂ ਦੇ ਨਾਲ, ਉਤਨਾ ਹੀ ਜ਼ਿਆਦਾ ਦੁੱਖ ਹੋਇਆ ਕਰਦਾ ਹੈ। ਸਾਧ ਸੰਗਤ ਦੇਖਿਆ ਨਹੀਂ, ਸੰਤ ਪਿੰਡਾਂ ਵਾਲੇ ਸੰਤ ਮਹਾਰਾਜ ਗਿਆਨੀ ਗੁਰਬਚਨ ਸਿੰਘ ਜੀ, ਸਿੱਖ ਤਾਂ ਬੇਅੰਤ ਸੀ, ਨਾਲ ਗੁਰਸਿੱਖ ਭਜਨ ਬਾਣੀ ਪਾਠ ਕਰਨ ਵਾਲੇ, ਪਰ ਉਹ ਗੁਰਸਿੱਖ ਵੀ ਸੀ ਜਿਹਦੇ ਹਿਰਦੇ ਵਿੱਚ ਐਸਾ ਵਲਵਲਾ ਉੱਠਿਆ ਜੋ ਨਾ ਰਹਿ ਸਕਿਆ। ਜਦ ਸੰਤ ਮਹਾਰਾਜ ਸਰੀਰ ਨੂੰ ਅੰਗੀਠੇ ਨੂੰ ਅੱਗ ਲੱਗੀ, ਜਦ ਲਟਾ ਲੱਟ ਮੱਚਿਆ, ਉਸੇ ਸਮੇਂ ਸਾਧ ਸੰਗਤ ਸਾਹਿਬ ਦੇ ਦੇਖਦਿਆਂ ਦੇਖਦਿਆਂ ਹੀ ਰਿਹਾ ਨਾ ਗਿਆ ਸਿੱਖ ਦੇ ਪਾਸੋਂ। ਉਸੇ ਸਮੇਂ ਜਾ ਕੇ ਹੀ ਜਿਸ ਪਿਆਰੇ ਸੋਨੇ ਹੋ ਤੁਸੀਂ ਅੱਗੇ ਮਰ ਚੱਲੀਏ ਵਿੱਚ ਛਾਲ ਮਾਰ ਕੇ। ਪ੍ਰੇਮੀ ਜਿਹੜਾ ਸੀ ਸਾਧ ਸੰਗਤ ਪਤੰਗੇ ਵਾਂਗੂ ਆਪਣੇ ਪਿਆਰੇ ਦੇ ਉੱਪਰ ਹੀ ਖਾਕ ਦੀ ਢੇਰੀ ਬਣ ਜਾਂਦਾ ਹੈ। ਜਿਸ ਪਿਆਰੇ ਸੋਨੇ ਹੋ ਤਿਸ ਅੱਗੇ ਮਾਰ ਚੱਲੀਏ, ਜਿਸ ਪਿਆਰੇ ਸੋਨੇ ਹੋ ਤਿਸ ਅੱਗੇ ਮਾਰ ਚੱਲੀਏ। मारे
प्रेम की दम क्यों होती साठ, रावण होते सो रंक ने जिन सिर दीने काट। प्रेम ਦੀਆਂ ਖੇਡਾਂ ਜਿਹੜੀਆਂ ਇਹ ਸਿਰ ਤੋਂ ਪਰੇ ਹਨ, ਪ੍ਰੇਮੀ ਲੋਕ ਸਿਰੋਂ ਪਰੇ ਖੇਡਿਆ ਕਰਦੇ ਹਨ। ਉੱਥੇ ਮੌਤ ਕਿੱਥੇ ਡਰ, ਪ੍ਰੇਮੀ ਲੋਕ ਤਾਂ ਡੀਕਦੇ ਹਨ ਕਿਹੜਾ ਵੇਲਾ। ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓ, ਬਾਝ ਪਿਆਰੇ ਆਪਣੇ ਬਿਰਹੀ ਨਾ ਤੀਰੋ। ਸਾਧ ਸੰਗਤ ਪਿਆਰੇ ਤੋਂ ਬਿਨਾ ਪ੍ਰੇਮੀ ਤੁਰੇ ਫਿਰਦੇ ਪ੍ਰਤੀਤ ਹੁੰਦੇ ਹਨ ਵੀ ਤੁਰੇ ਫਿਰਦੇ, ਪਰ ਵਿੱਚ ਕੁਛ ਨਹੀਂ ਹੁੰਦਾ, ਮਨ ਲੋਥਾਂ ਹੀ ਫਿਰਦੀਆਂ ਨੇ। ਇੱਕ ਉਹ ਤਾਂ ਜਿੰਦ ਜਾਨ ਕੱਢ ਕੇ ਲੈ ਜਾਂਦਾ ਉਸੇ ਸਮੇਂ ਜਿਹੜਾ ਸਾਧ ਸਤ ਹੁੰਦਾ। ਫਿਰ ਤਾਂ ਇੱਕ ਜ਼ਿੰਦਗੀ ਬਤੀਤ ਕਰਨੀ ਹੁੰਦੀ, ਹੁੰਦਾ ਹੋਇਆ ਕੁਛ ਨਹੀਂ। ਇੱਥੋਂ ਹੀ ਪਤਾ ਲੱਗਦਾ ਹੈ ਕਿ ਭਾਣੇ ਵਿੱਚ ਕੁਛ ਆਪਣੇ ਤੁਰੇ ਫਿਰਦੇ ਹਨ, ਬਚਨ ਬਲਾਸ ਕਰਦੇ ਹਨ, ਪਰ ਵਿੱਚ ਕੁਛ ਨਹੀਂ ਹੁੰਦਾ, ਫੁਕੇ ਹੁੰਦੇ ਹਿਰਦੇ ਵਿਰੋਧੀ ਅਗਨੀ ਕਰਕੇ। ਕਾਲੀ ਕੋਏ ਤੋਂ ਕਿਸ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹੇ ਜਾਲੀ। ਇਹੋ ਜੀ ਕਿਉਂ ਹਾਲਤ ਹੈ, ਕਿਉਂ ਪੁੱਠੇ ਤਵੇ ਵਰਗਾ ਰੰਗ ਹੋ ਚੁੱਕਾ ਹੈ, ਕੀ ਕਾਰਨ। ਪ੍ਰੇਮੀਆਂ ਦੱਸਣ ਵਾਲਾ ਦੁੱਖ ਨਹੀਂ, ਜੇ ਪੁੱਛ ਰਿਹਾ ਤੇ ਆਪਣੇ ਪ੍ਰੀਤਮ ਦੇ ਵਿਛੋੜੇ ਕਰਕੇ ਹਿਰਦਾ ਸੜਿਆ ਹੋਇਆ ਹੈ। ਦੁਨੀਆ ਦੇ ਵਿੱਚ ਕੋਈ ਪਦਾਰਥ ਨਹੀਂ ਚੰਗਾ ਲੱਗ ਰਿਹਾ। ਰਾਤ ਨੂੰ ਸਾਰੀਆਂ ਸੰਗਤਾਂ ਵਿੱਚ ਪਤਾ ਲੱਗ ਗਿਆ, ਨੇੜੇ ਨੇੜੇ ਸਾਧ ਸੰਗਤ ਪ੍ਰੇਮੀਆਂ ਵਾਸਤੇ ਤਾਂ ਇੱਕ ਚੰਬੇ ਦੀ ਗੱਲ ਸੀ। ਜਿਵੇਂ ਜੰਗਲ ਨੂੰ ਅੱਗ ਲੱਗ ਕੇ ਭੜਕਦੀ ਏ ਖਬਰ ਛਿਨ ਮਾਤਰ ਦੇ ਵਿੱਚ ਸਾਰੇ ਇਲਾਕੇ ਵਿੱਚ ਫੈਲ ਗਈ, ਸਾਰਿਆਂ ਦੀਆਂ ਰੋਟੀਆਂ ਛੁੱਟ ਗਈਆਂ। ਸੰਤ ਮਹਾਰਾਜ ਅੱਜ ਤਾਂ ਸੇਵਾ ਕਰਾ ਕੇ ਹਟੇ, ਕੀ ਬਚਨ ਕੋਈ ਬਿਮਾਰੀ ਠਮਾਰੀ ਨਹੀਂ ਕਿਵੇਂ ਜਾਣਗੇ। ਇਤਨੀ ਛੇਤੀ ਸਾਰਿਆਂ ਦੇ ਘਬਰਾਹਟ ਪੈਦਾ ਹੋ ਗਈ, ਪਲੋ ਪਲੀ ਦੇ ਵਿੱਚ ਇਕੱਠ ਹੋ ਗਿਆ। ਹੁਕਮ ਕੀਤਾ, ਕਹਿਣ ਲੱਗੇ ਗੈਸ ਜਗਾ ਦਿਓ, ਵਿਛਾਈਆਂ ਕਰ ਦਿਓ। ਇੱਕ ਖੁੱਲਾ ਹੌਲ ਕਮਰਾ ਸੀ, ਉਹਦੇ ਵਿੱਚ ਸੰਤ ਮਹਾਰਾਜ ਦਾ ਬਿਸਤਰਾ ਵਿਛਾਤਾ। ਹੁਕਮ ਅਨੁਸਾਰ ਪਾਸ ਟੇਬਲ ਤੇ ਟਾਈਮ ਵੀ ਸਰਾ ਦਿੱਤਾ। ਕਹਿਣ ਲੱਗੇ ਲਓ ਪ੍ਰੇਮੀਓ, ਹੁਣ ਸਾਰੇ ਤੁਸੀਂ ਕਿਸੇ ਨੇ ਕੋਈ ਗੱਲ ਨਹੀਂ ਕਰਨੀ, ਕੋਈ ਬਚਨ ਨਹੀਂ ਕਰਨਾ, ਅਸੀਂ ਬਾਣੀ ਸੁਣਾਵਾਂਗੇ ਤੁਹਾਨੂੰ। ਸ਼ਾਮ ਤੋਂ ਬੈਠ ਕੇ ਰਹਿ ਰਾਤ ਤੋਂ ਪਾਠ ਸ਼ੁਰੂ ਕਰਤਾ ਸਾਧ ਸੰਗਤ 6 ਵਜੇ ਤੋਂ। ਸਾਧ ਸੰਤ ਮਹਾਂਪੁਰਖਾਂ ਦੇ ਬਾਣੀ ਇਤਨੀ ਯਾਦ ਹੁੰਦੀ ਹੈ। ਗੁਰਸਿੱਖਾਂ ਦਾ ਜੀਵਨ ਹੀ ਬਾਣੀ ਆ। ਇੱਥੋਂ ਤੱਕ ਦੱਸਿਆ, ਸਿੱਖ ਹੋਏ ਜਪ ਕੰਠ ਨਾ ਕੀਨ, ਤੰਦਲ ਬਿਨ ਤੁਖ ਕਾਮ ਕਿਆ ਬਿਰਥਾ ਜਨਮ ਤਿਨ ਲੀਨ। ਜਿਸ ਨੇ ਗੁਰਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਜਪਜੀ ਸਾਹਿਬ ਦਾ ਪਾਠ ਨਾ ਯਾਦ ਕੀਤਾ ਤਾਂ ਇਉਂ ਸਮਝ ਲਓ ਉਹਦਾ ਹੋਣਾ ਹੀ ਨਿਸਫਲ ਵਿਅਰਥ ਹੈ, ਨਾਮ ਮਾਤਰ ਤੇ ਸਿੱਖ ਹੈ। ਜਿਵੇਂ ਚੌਲਾਂ ਤੋਂ ਬਿਨਾ ਉੱਪਰਲਾ ਫੂ ਜਿਹੜਾ ਉਹ ਚੌਲ ਕਿਸੇ ਲੇਖੇ ਵਿੱਚ ਨਹੀਂ। ਜੇ ਚੌਲ ਹੈ ਤਾਂ ਹੀ ਜੀਰੀ ਦੀ ਕੀਮਤ ਹੈ। ਇਸੇ ਤਰ੍ਹਾਂ ਸਾਧ ਸੰਗਤ ਜੇ ਸਿੱਖ ਦੇ ਹਿਰਦੇ ਵਿੱਚ ਜਪਜੀ ਸਾਹਿਬ ਦਾ ਪਾਠ ਜ਼ਬਾਨ ਤੇ ਤਾਂ ਸਿੱਖ ਹੈ, ਨਹੀਂ ਤਾਂ ਸਿੱਖ ਨਹੀਂ, ਐਵੇਂ ਨਾਮ ਮਾਤਰ ਹੈ। ਇਤਨੀ ਬਾਣੀ ਯਾਦ ਸੀ। ਸੰਤ ਮਹਾਰਾਜ ਪਿੰਡਾਂ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਦੀ ਇਤਨੀ ਬਾਣੀ ਸਰਲ ਸੀ ਤੇ ਇਤਨਾ ਪਾਠ ਬਾਣੀ ਦਾ ਸੁਣਦੇ ਸੀ। ਇੱਕ ਤਾਂ ਸਾਧ ਸੰਗਤ ਸੁਖਨੀ ਸਾਹਿਬ ਆ, ਇੱਕ ਹੈ ਸੁਖਨਾ ਸਾਹਿਬ। ਪਹਿਲੇ ਤਾਂ ਹਰ ਇੱਕ ਨੂੰ ਇਹ ਵੀ ਨਹੀਂ ਸਿੱਖ ਨੂੰ ਪਤਾ ਹੋਣਾ ਸੁਖਨਾ ਸਾਹਿਬ ਕਿਹੜਾ ਹੈ। ਸੁਖਨੀ ਸਾਹਿਬ ਤੇ ਸੁਖਨਾ ਸਾਹਿਬ ਜਿਤਨੀਆਂ ਅਸ਼ਟਪਦੀਆਂ ਸੁਖਨੀ ਸਾਹਿਬ ਦੀਆਂ ਹਨ, 24 ਅਸ਼ਟਪਦੀਆਂ, ਇਤਨੀਆਂ ਅਸ਼ਟਪਦੀਆਂ ਚੌਥੇ ਪਾਤਸ਼ਾਹ ਮਹਾਰਾਜ ਦੀਆਂ ਹਨ। ਕਾਂਗੜਾ ਕਲਿਆਣ ਰਾਗ ਦੇ ਵਿੱਚ ਆਉਂਦੀਆਂ ਅਸ਼ਟਪਦੀਆਂ 24 ਹਨ। ਇਹ ਸੁਖਨਾ ਸਾਹਿਬ ਕਹਾਉਂਦਾ ਹੈ। ਬਲਾਵਰ ਰਾਗ ਦੇ ਵਿੱਚ ਇਉਂ ਮਿਲ ਕਰਕੇ ਇਹਨਾਂ ਸਾਰੀਆਂ ਬਾਣੇ ਸੁਖਨਾ ਸਾਹਿਬ ਦਾ ਪਾਠ ਕਰਦੇ। 25 ਪਾਠ ਉਹ ਰੋਜ਼ ਦੇ ਆਪ ਨਿਤਨੇਮ ਸਾਹਿਬ ਮਹਾਰਾਜ। ਚਾਹੇ ਉਹਨਾਂ ਦਾ ਸਰੀਰ ਕਈ ਵਿਆਧੀਆਂ ਕਰਕੇ ਗਰਸਿਆ ਸੀ, ਰੰਗ ਦੀ ਵੀ ਕਸਰ ਸੀ, ਪਰ ਸਭ ਕੁਝ ਕੋਈ ਪਰਵਾਹ ਨਾ ਕਰਦੇ ਹੋਏ ਇਹ ਆਪਣੇ ਨਿਤਨੇਮ ਦੀ ਬਾਣੀ ਤੋਂ ਬਾਅਦ ਨਾਲ ਦੇ ਆਪਣੇ ਗੜਵਈ ਤੋਂ ਹਰ ਵਕਤ ਬਾਣੀ ਸੁਣਦੇ ਰਹਿੰਦੇ ਸੀ। ਕੋਈ ਟਾਈਮ ਹੀ ਨਹੀਂ ਸੀ ਉਹਨਾਂ ਨੇ ਵਾਧੂ ਗੱਲਾਂ ਵਾਸਤੇ ਰੱਖਿਆ ਹੋਇਆ। ਸੁਣੀ ਜਾਣੀ, ਪੜ੍ਹਾਈ ਜਾਣੀ, ਕਥਾ ਕਰੀ ਜਾਣੀ ਜਾਂ ਪੜ੍ਹੀ ਜਾਣੀ। ਸਾਧ ਸੰਗਤ ਸਿੱਖ ਦਾ ਜੀਵਨ ਹੀ ਬਾਣੀ ਆ। ਸੰਤ ਮਹਾਰਾਜ ਰੇਰੂ ਸਾਹਿਬ ਵਾਲੇ ਆਉਂਦੇ ਜਾਂਦੇ ਰਸਤੇ ਵਿੱਚ ਹਰ ਵਕਤ ਬਾਣੀ ਪੜ੍ਹਦੇ ਸੀ, ਕਿਸੇ ਨਾਲ ਕੋਈ ਗੱਲ ਨਹੀਂ। ਜਦ ਉਹਨਾਂ ਨੇ ਸਿਮਰਨ ਕਰਨਾ 2-2.5 ਘੰਟੇ ਜਿੱਥੇ ਬੈਠਦੇ ਸੀ, ਕਦੇ 3 ਘੰਟੇ, ਕਦੇ 2.5 ਘੰਟੇ,
3-4 ਜਗ੍ਹਾ ਸੀ ਬੈਠਣ ਦੀਆਂ। ਉਦੋਂ ਬੈਠ ਕੇ ਫਿਰ ਉਹਨਾਂ ਨੇ ਸਿਮਰਨ ਕਰਨਾ ਹੈ, ਗੁਰਮੁਖ ਜਾਪੋ ਹਿਰਦੇ ਰਾਮ, ਅਜੱਪਾ ਜਾਪ ਨਾ ਵਿਸਰੇ। ਫਿਰ ਪਤਾ ਹੀ ਨਹੀਂ ਵੀ ਕਿੱਥੇ ਬੈਠੇ ਕਿੱਥੇ ਨਹੀਂ, ਇਤਨੀ ਸਰੀਰ ਦੇ ਆਪਣੇ ਸਮਾਧੀ ਵਿੱਚ ਲੀਨ ਹੋ ਜਾਂਦੇ ਸੀ। ਸਿਮਰਨ ਕਰਨਾ ਬੈਠ ਕੇ, ਤੁਰਦਿਆਂ ਫਿਰਦਿਆਂ ਆਉਂਦੇ ਜਾਂਦਿਆਂ ਫਿਰ ਬਾਣੀ। 6 ਵਜੇ ਤੋਂ ਬਾਣੀ ਪੜ੍ਹਨੀ ਸ਼ੁਰੂ ਕਰਤੀ। ਵੇਖੋ ਇਹ ਪ੍ਰੇਮੀਓ ਕੀ ਹੋ ਗਿਆ, 1:45 ਹੋ ਗਏ ਮਹਾਰਾਜ। ਬਾਹਰਲੇ ਪ੍ਰੇਮੀ ਸਾਰੇ ਹੀ ਮਿੰਟ ਬਾਅਦ ਖਬਰ ਲੈ ਰਹੇ ਹਨ। ਬਾਣੀ ਪੜ੍ਹੀ ਜਾ ਰਹੇ, ਸਾਰੇ ਸੁਣ ਰਹੇ, ਕਿਸੇ ਨੂੰ ਬੋਲਣ ਦਾ ਹੁਕਮ ਨਹੀਂ ਕੋਈ ਪੁੱਛ ਸਕੇ। ਜਦ 2 ਵੱਜਣ ਚ 5-4 ਮਿੰਟ ਰਹਿ ਗਏ, ਬਾਹਰ ਸੰਗਤਾਂ ਬੈਠੀਆਂ ਹੋਈਆਂ ਸੀ, ਸਰੀਰ ਦੇ ਲੋਹੀ ਕੰਡੇ ਦਾ ਖੜੇ ਹੋ ਰਹੇ ਸੀ, ਕਾਲਜਾ ਉਛਲ ਰਿਹਾ ਸੀ ਵੀ ਹੁਣ ਉਹ ਸਮਾਂ ਦੇਖਣਾ ਪਊਗਾ। ਉਹ ਦੁੱਖ ਰੂਪ ਸਮਾਂ ਦੇਖਣਾ ਪੈਣਾ ਹੈ, ਜਿਹੜਾ ਉਹ ਪਰਮੇਸ਼ਰ ਕਿਸ ਨੂੰ ਨਾ ਦਿਖਾਵੇ। ਵਿਛੋੜੇ ਦਾ ਸਮਾਂ ਬਹੁਤ ਮੁਸ਼ਕਲ ਹੈ। ਜਿਹਨੂੰ ਸਾਧ ਸੰਗਤ ਵਾਪਰਦਾ ਹੈ, ਪਤਾ ਉਸ ਨੂੰ ਲੱਗਦਾ ਹੈ, ਜਿਸ ਤਨ ਲਾਗੇ ਸੋਈ ਜਾਣੇ, ਅਵਰ ਕੇ ਜਾਣੇ ਪੀਰ ਪਰਈਆ। ਜਦ 2 ਵੱਜ ਗਏ, 2 ਵਜੇ ਦੀ ਸੋਈ ਨੇ ਘੰਟੀ ਖੜਕਾਤੀ, ਉਸੇ ਸਮੇਂ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ। ਸੰਤ ਮਹਾਰਾਜ ਬੈਠੇ ਤੁਹਾਡੇ ਸਾਹਮਣੇ, ਕੋਲ ਬੈਠੇ ਸੀ ਵੀ ਗੱਲਾਂ ਬਾਤਾਂ ਬਾਣੀ ਪੜ੍ਹਦੇ ਐ, ਕਿਵੇਂ ਸਰੀਰ ਛੱਡ ਜਾਣਗੇ? ਕੋਈ ਬਿਮਾਰ ਨਹੀਂ, ਕੋਈ ਗੱਲਬਾਤ ਨਹੀਂ ਹੈ, ਤਾਂ ਸਰੀਰ ਛੱਡਣਾ ਬੜਾ ਮੁਸ਼ਕਲ ਹੈ। ਐਵੇਂ ਬਾਣੀ ਪੜ੍ਹਦੇ ਆ, ਅਸੀਂ ਕਹਿੰਦੇ ਦੇਖਦੇ ਰਹੇ ਵੀ ਕਿਵੇਂ ਛੱਡਣਗੇ ਸਰੀਰ। ਪਹਿਲਾਂ ਤਾਂ ਉਹਨਾਂ ਨੇ ਸਵਾਸ ਖਿੱਚਿਆ, ਜ਼ੋਰ ਨਾਲ ਉੱਪਰ ਨੂੰ ਪੇਟ ਫੁੱਲਿਆ, ਫੇਰ ਛੱਡਤਾ। ਜਾਂ ਦੂਸਰਾ ਸਵਾਸ ਖਿੱਚਿਆ, ਨਾਲ ਦੀ ਨਬਜ਼ਾਂ ਖੜ ਗਈਆਂ। ਜਦ ਦੇਖਿਆ ਸੇਵਾਦਾਰਾਂ ਨੇ, ਉਸੇ ਸਮੇਂ ਸਾਰਾ ਸਰੀਰ ਸ਼ਾਂਤ ਹੋ ਗਿਆ, ਨਬਜ਼ਾਂ ਖੜ ਗਈਆਂ। ਦੇਖਦਿਆਂ ਸਾਰਾ ਸਰੀਰ, ਬਸ ਫੇਰ ਕੀ ਸੀ। ਅੰਦਰਲੇ ਪ੍ਰੇਮੀਆਂ ਜਦ ਉਹਨਾਂ ਦੀਆਂ ਭੁੱਬਾਂ ਜਾਂ ਨਿਕਲੀਆਂ, ਬਾਹਰਲਿਆਂ ਨੂੰ ਪਤਾ ਲੱਗ ਗਿਆ ਵੀ ਭਾਣਾ ਵਰਤ ਗਿਆ। ਜਿਹੜਾ ਸਮੇਂ ਤੋਂ ਡਰਦੇ ਸੀ, ਉਹੀ ਗੱਲ ਬਤੀਤ ਕੀ ਹੋ ਗਿਆ ਦੱਸੋ? ਪਰ ਕਿੱਥੇ, ਉਹ ਹੁਣ ਦੱਸਣ ਵਾਲਾ ਸਮਾਂ ਸੀ, ਉਹ ਤਾਂ ਹੁਣ ਉਹੀ ਅੰਦਰੇ ਅੰਦਰ। ਹੁਣ ਤਾਂ ਰੋਵਾਂ ਝੀਣੀ ਬਾਣੀ ਝੀਣੀ ਦੇ ਨਾਲ ਅੰਦਰੇ ਅੰਦਰ ਹੋਣਾ ਸ਼ੁਰੂ ਕਰਤਾ। ਮੈਂ ਰੋਵਾਂ ਝੀਣੀ ਬਾਣ ਆਪਣੇ ਪਿਆਰੇ ਨੂੰ, ਜੀ ਮੈਂ ਰੋਵਾਂ ਝੀਣੀ ਬਾਣ ਆਪਣੇ ਪਿਆਰੇ
ਦੁੱਖ ਦੀਆਂ ਘੜੀਆਂ ਆ ਗਈਆਂ, ਵਿਛੋੜਾ ਸੁਣੇ ਦੁੱਖ, ਵਿਣ ਡਿੱਠੇ ਮਰਿਓਦ, ਬਾਝ ਪਿਆਰੇ ਆਪਣੇ ਬਿਰਹੀ ਨਾ ਤੀਰੋ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਹੰਪੀ ਵਈਆਂ ਡੋਮਣੀ ਰੋਵਾਂ ਝੀਣੀ ਬਾਣ। ਜਦੋਂ ਪਿਆਰੇ ਸੱਜਣਾ ਦਾ ਪੈ ਗਿਆ ਵਿਛੋੜਾ, ਬਾਹਰਲੀਆਂ ਬੈਠੀਆਂ ਸੰਗਤਾਂ ਨੂੰ ਇਹ ਪਤਾ ਲੱਗ ਗਿਆ, ਪਾਣੀ ਪਾਣੀ ਸਰੀਰ ਬਣ ਗਏ, ਮਨ ਸਾਰੇ ਹੀ ਆਪਣਾ ਆਪ ਗਵਾ ਬੈਠੇ ਹਨ। ਸਰੀਰਾਂ ਦੀਆਂ ਇਹੋ ਜਿਹੀਆਂ ਹਾਲਤਾਂ ਹੋ ਗਈਆਂ ਜਿਵੇਂ ਕੋਈ ਵਿੱਚੋਂ ਜੀਵ ਆਤਮਾ ਨਿਕਲ ਕੇ ਤੁਰ ਜਾਂਦਾ ਹੈ, ਬਾਅਦ ਵਿੱਚ ਦੇਹ ਦੀ ਹਾਲਤ ਹੁੰਦੀ, ਇਹੋ ਜਿਹੀ ਹਾਲਤ ਹੋ ਗਈ। ਔਰ ਕਈ ਪ੍ਰੇਮੀ ਉੱਚੀ ਉੱਚੀ ਤਾਹਾਂ ਮਾਰ ਮਾਰ ਕੇ ਇਹੋ ਰੋਣਾ ਸ਼ੁਰੂ ਕਰਤਾ, ਜਿੰਨਾ ਜਿੰਨਾ ਜ਼ਿਆਦਾ ਪਿਆਰ ਸੀ। ਤੇਰੇ ਹੁਣ ਹੋਣੇ ਨਾ ਦੀਦਾਰ, ਤੇਰੇ ਪ੍ਰੀਤਮਾ ਹੁਣ ਹੋਣੇ ਨਾ ਦੀਦਾਰ। ਫਿਰ ਤਾਂ ਚਾਰ ਫੇਰਿਓ ਮਾਨੋ ਮੈਂ ਰੋਵੰਦੀ ਸਭ ਜਗ ਰੁੰਨਾ, ਰੁਨੜੇ ਬਣੋ ਪੁੰਖੇਰੂ ਇੱਕ ਨਾ ਰੁੰਨਾ, ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰੋ ਵਿਛੋੜੀ। ਫਿਰ ਤਾਂ ਸਾਲ ਸੰਸਾਰਾ ਧਰਤੀ ਅਸਮਾਨ ਹੀ ਰੋਂਦਾ ਪ੍ਰਤੀਤ ਹੋਣ ਲੱਗਾ, ਜੈਸੀ ਮਨਸਾ ਤੈਸੀ ਦਸ਼ਾ। ਜੋ ਆਪਣੇ ਮਨ ਦੀ ਹਾਲਤ ਹੋ ਜੀ ਸਾਰੀ ਦੁਨੀਆ ਪ੍ਰਤੀਤ ਹੁੰਦੀ ਹੈ। ਅੱਜ ਉਹ ਪ੍ਰੇਮੀਆਂ ਦੇ ਹਿਰਦੇ ਰੋ ਰਹੇ ਹਨ, ਮਾਨੋ ਸਾਰਾ ਸੰਸਾਰ। ਮੈਂ ਰੋਵੰਦੀ ਸਭ ਜਗ ਰੁੰਨਾ, ਮਾਨੋ ਸਾਰੀ ਦੁਨੀਆ ਰੋ ਰਹੀ ਹੈ। ਇੱਥੇ ਹੀ ਬਸ ਨਹੀਂ, ਰੁਨੜੇ ਬਣੋ ਪੰਖੇਰੂ। ਬਣਾ ਦੇ ਜੰਗਾਂ ਦੇ ਪੰਛੀ ਵੀ ਅੱਜ ਧਾਹਾਂ ਮਾਰ ਮਾਰ ਕੇ ਰੋ ਰਹੇ ਪ੍ਰਤੀਤ ਹੋ ਰਹੇ ਹਨ। ਸਾਧ ਸੰਗਤ, ਜਿੰਨਾ ਜਿੰਨਾ ਕਿਸ ਨੂੰ ਦੁੱਖ ਪਿਆਰ, ਉਤਨਾ ਉਤਨਾ ਹੀ ਦੁੱਖ ਪ੍ਰਤੀਤ ਹੋ ਰਿਹਾ ਹੈ। ਮਾਨੋ ਕਾਲਜੇ ਨਿਕਲ ਰਹੇ ਹਨ, ਜਾਨ ਨਿਕਲ ਰਹੀ ਹੈ। ਵਿਛੋੜੇ ਦਾ ਇਤਨਾ ਦੁੱਖ ਹੈ, ਵੈ ਸ਼ੋਹੇ ਜੰਬੂਰ ਖਵੇ ਨਾ ਮੰਜਨ ਗਾਖੜੋ। ਵਿਛੋੜੇ ਦੇ ਜੰਬੂਰ ਹਨ, ਜੰਬੂਰ ਜਿਵੇਂ ਜਮੂਰਾਂ ਨਾਲ ਮਾਸ ਤੋੜਿਆ ਜਾਵੇ ਕਿਤਨਾ ਦੁੱਖ ਹੁੰਦਾ, ਇਹੋ ਹੀ ਵਿਛੋੜੇ ਦੀ ਹਾਲਤ ਹੈ। ਖਵੇ ਨਾ ਮੰਜਨ, ਸਹਾਰੇ ਨਹੀਂ ਜਾਂਦੇ ਵਿਛੋੜੇ ਦੇ ਜਿਹੜੇ ਦੁੱਖ ਹਨ। ਵਿਛੋੜੇ ਦੇ ਜਮੂਰ ਗਾਖੜੋ ਬੜੇ ਕਠਿਨ ਹਨ। ਜਿਹਨੂੰ ਇਹ ਸਮਾਂ ਆ ਕੇ ਪ੍ਰਤੀਤ ਹੁੰਦਾ ਕੋਈ ਇਹੋ ਜਿਹਾ ਸਮਾਂ, ਉਹਨੂੰ ਪਤਾ ਹੈ ਵਿਛੋੜੇ ਦਾ ਦੁੱਖ ਕਿਤਨਾ ਹੈ। ਉਸ ਸਮੇਂ ਪ੍ਰੇਮੀ ਉੱਚੀ ਉੱਚੀ ਰੋ ਰਹੇ ਹਨ ਕਿਸੇ ਪਿਆਰੇ ਦੀ ਯਾਦ ਦੇ ਵਿੱਚ, ਵਿਛੋੜੇ ਦੇ ਦੁੱਖ ਦੇ ਵਿੱਚ। ਸਾਡੇ ਪ੍ਰੀਤਮਾ ਪ੍ਰੀਤੀ ਤੋੜ ਚੱਲਿਆ, ਸਾਡੇ ਪ੍ਰੀਤਮਾ ਪ੍ਰੀਤੀਆਂ ਤੋੜ ਚੱਲਿਆ। प्रीति तोड़ चले
ਸੰਗਤ ਇਉਂ ਉਸ ਮਹਾਨ ਪਿੱਤਰ ਆਤਮਾ ਨੇ ਆਪਣੇ ਇਸ ਪੰਜ ਭੌਤਿਕ ਸਰੀਰ ਨੂੰ ਮਰਨੋਂ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਸਹਿਜ ਗਿਆਨ ਦੁਆਰਾ ਹੱਸਤੇ ਹੱਸਤੇ ਸਾਧ ਸੰਤ ਖੁਸ਼ੀਆਂ ਦੇ ਨਾਲ ਮਰਨਾ ਇਹਦਾ ਨਾਮ ਹੈ। ਮਰਦੀ ਤਾਂ ਸਾਰੀ ਦੁਨੀਆ ਹੈ, ਪਰ ਮਰਨਾ ਨਹੀਂ ਆਉਂਦਾ ਹਰ ਇੱਕ ਨੂੰ। ਮਰਦੇ ਅਨੁਸਾਰ ਸੰਤ ਮਹਾਂਪੁਰਖੀ। ਜੰਮਣਾ ਵੀ ਮਹਾਂਪੁਰਖਾਂ ਦਾ ਹੀ ਦੁਨੀਆ ਦੇ ਵਿੱਚ ਸਫਲਾ ਹੈ, ਮਰਨਾ ਵੀ ਮਹਾਂਪੁਰਖਾਂ ਦਾ ਹੀ ਸਫਲਾ ਹੈ। ਦੁਨੀਆ ਜਨਮਦੀ ਵੀ ਰੋਂਦੀ ਹੈ, ਮਰਨ ਵੇਲੇ ਵੀ ਰੋਂਦੀ ਹੈ, ਪਰ ਇੱਕ ਮਹਾਂਪੁਰਖ ਹੀ ਹੈ ਜੋ ਖੁਸ਼ੀ ਖੁਸ਼ੀ ਦੇ ਨਾਲ ਹੁਕਮ ਦੇ ਵਿੱਚ ਆ ਕੇ ਆਪਣਾ ਕਾਰ ਸਵਾਰ ਕੇ ਹੱਸਤੇ ਹੱਸਤੇ ਸੁਰਗੇ ਵਸਤੇ ਖੁਸ਼ੀਆਂ ਦੇ ਨਾਲ ਅੱਗੇ ਪਰਲੋਕ ਨੂੰ ਜਾਂਦਾ ਹੈ। ਪਰ ਬਾਅਦ ਵਿੱਚ ਪਿਆਰਿਆਂ ਦੀ, ਪ੍ਰੇਮੀਆਂ ਦੀ ਹਾਲਤ, ਸਤਸੰਗੀਆਂ ਦੀ ਹਾਲਤ, ਸਾਧ ਸੰਗਤ ਮਨੁੱਖਾਂ ਦੀ ਤਾਂ ਇਹ ਹਾਲਤ ਹੋਣੀ ਹੈ। ਬਾਕੀ ਦੇ ਜਿਹੜੇ 4-5 ਘੰਟੇ ਸੀ 2 ਵਜੇ ਤੋਂ ਬਾਅਦ ਫਿਰ ਉਹੋ ਹੀ ਜਾਣਦੇ ਹਨ। ਜਿਹੜੇ ਪਾਸ ਬੈਠੇ ਸੀ ਸੰਤ ਛੋਟੇ ਮਹਾਰਾਜ ਬੈਠੇ ਹਨ, ਇਹ ਜਾਣਦੇ ਹਨ, ਜਾਂ ਫਿਰ ਹੋਰ ਜਿਹਨੂੰ ਇਹ ਸਮਾਂ ਪ੍ਰਾਪਤ ਹੋਇਆ ਹੋਵੇ। ਉਹ ਰਾਤ ਦੀਆਂ ਜਿਹੜੀਆਂ ਘੜੀਆਂ ਸੀ ਸਾਧ ਸੰਗਤ ਸਾਲਾਂ ਵਰਗੀਆਂ ਬਣ ਗਈਆਂ, ਮੁੱਕਣ ਵਿੱਚ ਨਹੀਂ ਆਉਂਦੀਆਂ। ਇੱਕ ਦੁੱਖ ਦੀ ਘੜੀ, ਇੱਕ ਸੁੱਖ ਦੀ ਘੜੀ ਹੈ। ਦੁੱਖ ਦੀ ਘੜੀ ਤਾਂ ਪਤਾ ਹੀ ਨਹੀਂ ਕਦ ਰਾਤ ਪਈ, ਕਦ ਦਿਨ ਚੜ ਗਿਆ, ਪਰ ਜਿਹੜੀ ਦੁੱਖ ਦੀ ਘੜੀ ਹੈ ਸਾਧ ਸੰਗਤ, ਇੱਕ ਘੜੀ ਵੀ ਨਹੀਂ ਮੁੱਕਣ ਚ ਆਉਂਦੀ, ਜੁਗਾਂ ਦੀ ਰਾਤ ਬਣ ਜਾਂਦੀ ਹੈ, ਮੁੱਕਣ ਚ ਨਹੀਂ ਆਉਂਦੀ। ਦਿਨ ਚੜਿਆ, ਪਤਾ ਲੱਗ ਗਿਆ ਸਾਰੇ। ਔਰ ਇਤਨੇ ਚਿਰ ਨੂੰ ਸੇਵਾਦਾਰ ਨੇ ਕੀ ਆ ਕੇ ਦੱਸਿਆ, ਜੋ ਪਸ਼ੂਆਂ ਡੰਗਰਾਂ ਦਾ ਸੇਵਾਦਾਰ ਸੀ, ਕਹਿਣ ਲੱਗਾ ਜੀ ਮਹਾਰਾਜ ਇਸ ਸਮੇਂ 2 ਵਜੇ ਸ੍ਰੀ ਸੰਤ ਮਹਾਰਾਜ ਨੇ ਛੱਡਿਆ। ਨਾਲ ਦੇ ਨਾਲ 2 ਬੈਲ, 1 ਕੁੱਤਾ ਤੇ 1 ਗਊ, ਉਹ ਵੀ ਸਰੀਰ ਛੱਡ ਗਏ। ਸਾਧ ਸੰਗਤ ਦੇਖੋ, ਪਸ਼ੂਆਂ ਦੇ ਨਾਲ ਬੈਲ ਉਹ ਸੀ ਜਿਨ੍ਹਾਂ ਦੇ ਨਾਲ ਆਪ ਖੇਤੀ ਕਰਕੇ, 10 ਨਹਾਂ ਦੀ ਕਿਰਤ ਕਮਾਈ ਕਰਕੇ ਲੰਗਰ ਚਲਾਉਂਦੇ। ਉਹ ਬੁੜੇ ਬੈਲ ਸੀ 2, ਉਹਨਾਂ ਨੇ ਆਪਣੇ ਖੀਰ ਤੱਕ ਪ੍ਰੀਤੀ ਹਵਾਈ, ਨਾਲ ਹੀ ਪਿਆਰੇ ਦੇ ਰੋਜ਼ ਆ ਕੇ ਬਾਹਰੋਂ ਜਦ ਆਉਣਾ, ਉਹਨਾਂ ਦੇ ਉੱਪਰ ਹੱਥ ਫੇਰਦੇ ਸੀ। ਬੁੜੇ ਬੈਲ ਸੀ। ਗਊ ਦੇ ਉੱਪਰ ਕੁੱਤਾ ਭੱਜ ਭੱਜ ਕੇ ਪਿਆਰ ਕਰਦਾ, ਉਹਦੇ ਹੱਥ ਫੇਰਦੇ। ਸਾਧ ਸੰਗਤ ਉਹਨਾਂ ਪਸ਼ੂਆਂ ਨੇ ਪ੍ਰੀਤੀਆਂ ਨਿਭਾਤੀਆਂ, ਜਿਸ ਪਿਆਰੇ ਸੋਨੇ ਹੋ ਤਿਸ ਆਗੇ ਮਰ ਚਲੀਏ। ਸਾਰੇ ਹੈਰਾਨ ਰਹਿ ਗਏ, ਸਾਡੇ ਨਾਲ ਤਾਂ ਆ ਪਸ਼ੂ ਵੀ ਚੰਗੇ ਰਹਿ ਗਏ, ਸਾਡੇ ਕਠੋਰ ਹਿਰਦੇ, ਅਸੀਂ ਰੋ ਕੇ ਹੀ ਸਾ ਰਹੇ ਹਾਂ, ਇਹਨਾਂ ਨੇ ਪ੍ਰੀਤੀ ਨਿਭਾ ਕੇ ਦਿਖਾਤੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜੇ ਸਮੇਂ ਅੰਤਮ ਸੰਸਕਾਰ ਹੋ ਰਿਹਾ ਸੀ, ਲਟਾ ਲੱਟ ਗੀਠਾ ਮੱਚ ਰਿਹਾ। ਸਾਧ ਸੰਗਤ 2 ਕਬੂਤਰਾਂ ਦਾ ਜੋੜਾ ਜੋ ਮਹਾਰਾਜੇ ਦੇ ਮਹਿਲ ਦੇ ਵਿੱਚ ਰਿਹਾ ਕਰਦੇ ਸੀ, ਉਹਨਾਂ ਨੇ ਜੋੜੀ ਨੇ ਆ ਕੇ ਗੀਠੇ ਦੇ ਵਿੱਚ ਛਾਲ ਮਾਰ ਕੇ ਸੜ ਗਏ ਸੀ। ਮਨੁੱਖਾਂ ਨਾਲੋਂ ਪ੍ਰੀਤੀ ਪਸ਼ੂਆਂ ਦੀ ਕਿਤੇ ਵੱਧ ਹੈ। ਮਨੁੱਖ ਤਾਂ ਰੋ ਕੇ ਹੀ ਸਾਰਦਾ ਹੈ, ਪਰ ਇਹ ਪਸ਼ੂ ਜਿਹੜੇ ਹਨ ਉਹ ਮਨੁੱਖ ਨਾਲ ਵੀ ਕਿਤੇ ਜ਼ਿਆਦਾ ਪ੍ਰੀਤੀ ਨਿਭਾਉਂਦੇ ਹਨ। ਉਹ ਆਪਣੇ ਇਹ ਗੁਰੂ ਬਾਬਾ ਜੀ ਦੇ ਬਚਨ ਨੂੰ ਸਫਲਾ ਕਰਕੇ ਦਿਖਾਤਾ, ਜਿਸ ਪਿਆਰੇ ਸੋਨੇ ਹੋ ਤਿਸ ਆਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਸੇ ਜੀਵਣਾ। ਆਓ ਸਾਧ ਸੰਗਤ, ਇਹ ਉਸ ਮਹਾਂਪੁਰਖ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜੋਤ ਸਮਾਣੇ ਜੋਤ ਮਾਹੇ ਆਪ ਆਪੇ ਛੇਤੀ ਮਿਕਿਉ। ਜਿਵੇਂ ਜਲ ਵਿੱਚ ਜਲ ਪਾਇਆ ਪਾਣੀ ਇੱਕ ਰੂਪ ਹੋ ਜਾਂਦਾ ਹੈ, ਇਸੇ ਤਰ੍ਹਾਂ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ।